ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 274 ਤੇ 275 ਤੇ ਸਵੈਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਇਹ ਸੁਖਮਨੀ ਸਾਹਿਬ ਦੀ 9ਵੀਂ ਅਸ਼ਟਪਦੀ ਹੈ ਜੀ। ਸ਼ਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਓ ਅਪਰਸ ਸਗਲ ਨਿਸਤਾਰੈ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਸਾਰਿਆਂ ਵਿੱਚ ਉਸ ਪਰਮਾਤਮਾ ਨੂੰ ਵਿਆਪਕ ਦੇਖਦਾ ਹੈ ਤੇ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੈਂਦਾ ਹੈ ਤੇ ਪਰਮਾਤਮਾ ਦੇ ਚਰਨ ਛੋਹ ਲੈਂਦਾ ਹੈ ਪਲ ਪਲ। ਨਾਨਕ ਜੀ ਕਹਿੰਦੇ ਉਹ ਜੀਵ ਜਿਹੜਾ ਵਿਕਾਰਾਂ ਤੋਂ ਮਾਇਆ ਤੋਂ ਅਛੋਹ ਰਹਿੰਦਾ ਹੈ, ਕਹਿੰਦੇ ਉਹ ਸਾਰਿਆਂ ਨੂੰ ਹੀ ਸੰਸਾਰ ਸਾਗਰ ਤੋਂ ਤਾਰ ਲੈਂਦਾ ਹੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਪਰਤਰੈ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਹਿੰਦੇ ਜਿਹੜਾ ਜੀਵ ਆਪਣੀ ਰਸਨਾ ਦੇ ਨਾਲ ਝੂਠ ਨਹੀਂ ਬੋਲਦਾ, ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖਦਾ ਹੈ ਮਨ ਦੇ ਵਿੱਚ, ਕਹਿੰਦੇ ਪਰਾਏ ਰੂਪ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਦਾ, ਕਹਿੰਦੇ ਸਾਧ ਦੀ ਸੇਵਾ ਕਰਦਾ, ਸੰਤ ਸੰਗ ਪਿਆਰ ਪਾਉਂਦਾ ਹੈ, ਪ੍ਰੇਮ ਪਾਉਂਦਾ ਹੈ ਸੰਤਾਂ ਦੀ ਸੰਗਤ ਦੇ ਵਿੱਚ। ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਕਹਿੰਦੇ ਸਾਧ ਦੀ ਟਹਿਲ ਕਰਦਾ ਹੈ, ਸੰਤ ਸੰਗ ਪ੍ਰੇਮ ਕਰਦਾ ਹੈ, ਕੰਨਾਂ ਦੇ ਨਾਲ ਦੂਸਰਿਆਂ ਦੀ ਨਿੰਦਾ ਨਹੀਂ ਸੁਣਦਾ, ਸਾਰਿਆਂ ਤੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ, ਸਭ ਨੂੰ ਆਪ ਤੋਂ ਉੱਚਾ ਸਮਝਦਾ ਹੈ। ਗੁਰ ਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਵਿਕਾਰਾਂ ਦੀ ਜ਼ਹਿਰ ਨੂੰ ਖਤਮ ਕਰ ਲੈਂਦਾ ਹੈ, ਆਪਣੇ ਮਨ ਤੋਂ ਕਹਿੰਦੇ ਵਾਸ਼ਨਾ ਖਤਮ ਕਰ ਲੈਂਦਾ ਹੈ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਕਹਿੰਦੇ ਆਪਣੀਆਂ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖਦਾ ਹੈ, ਆਪਣੇ ਪੰਜਾਂ ਵਿਕਾਰਾਂ ਨੂੰ ਖਤਮ ਕਰ ਲੈਂਦਾ ਹੈ। ਨਾਨਕ ਜੀ ਕਹਿੰਦੇ ਨੇ ਕਿ ਕਰੋੜਾਂ ਵਿੱਚੋਂ ਕੋਈ ਇੱਕ ਹੈ ਐਸਾ ਅਛੋਹ ਜਨ ਪਰਮਾਤਮਾ ਦਾ, ਜੋ ਵਿਕਾਰਾਂ ਤੋਂ ਮੁਕਤ ਹੈ, ਮਾਇਆ ਤੋਂ ਮੁਕਤ ਹੈ ਤੇ ਜਿਹਦੇ ਵਿੱਚ ਇਹ ਸਾਰੇ ਉੱਪਰ ਲਿਖੇ ਗੁਣ ਹਨ। ਬੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਪਿੰਨ। ਕਹਿੰਦੇ ਉਹੀ ਫਿਰ ਪਰਮਾਤਮਾ ਦਾ ਭਗਤ ਗਿਣਿਆ ਜਾਂਦਾ, ਜਿਹਦੇ ਉੱਤੇ ਪਰਮਾਤਮਾ ਆਪ ਪ੍ਰਸੰਨ ਹੋ ਜਾਂਦਾ। ਫਿਰ ਕਹਿੰਦੇ ਉਹ ਜਿਹੜੀ ਮਾਇਆ ਹੈਗੀ ਆ ਪਰਮਾਤਮਾ ਦੀ ਉਹ ਬਣਾਈ ਹੋਈ, ਉਹਦੇ ਤੋਂ ਅਲੱਗ ਹੁੰਦਾ ਹੈ, ਮਾਇਆ ਵਿੱਚ ਗਲਤਾਨ ਨਹੀਂ ਹੁੰਦਾ। ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਹਿੰਦੇ ਉਸ ਭਗਤ ਦਾ ਪਵਿੱਤਰ ਧਰਮ ਹੁੰਦਾ, ਕਹਿੰਦੇ ਉਹ ਜਿੰਨੇ ਵੀ ਕਰਮ ਕਰ ਲਏ ਨੇਕੀ ਵਾਲੇ, ਉਹਨਾਂ ਦੀ ਕੋਈ ਇੱਛਾ ਨਹੀਂ ਰੱਖਦਾ। ਉਹ ਕਰਮ ਇਸ ਕਰਕੇ ਨਹੀਂ ਕਰਦਾ ਕਿ ਕੋਈ ਫਲ ਪ੍ਰਾਪਤ ਹੋਵੇ, ਉਹ ਸਿਰਫ ਕਰਮ ਭਲਾਈ ਹਿਤ ਕਰਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਚੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਕਹਿੰਦੇ ਉਹ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ, ਉਹ ਸਿਰਫ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਰਚਿਆ ਰਹਿੰਦਾ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ। ਕਹਿੰਦੇ ਉਹ ਸਾਰਿਆਂ ਦੇ ਉੱਪਰ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ ਉਹ ਜੀਵ, ਉਹਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਪਰਮਾਤਮਾ ਦਾ ਸਿਮਰਨ ਚੱਲਦਾ ਹੈ।
ਆਪ ਦ੍ਰਿੜ੍ਹੇ ਅਵਰਾ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮ ਗਤ ਪਾਵੈ। ਕਹਿੰਦੇ ਉਹ ਪਰਮਾਤਮਾ ਦਾ ਨਾਮ ਆਪ ਵੀ ਜਪਦਾ ਤੇ ਦੂਜਿਆਂ ਨੂੰ ਜਪਣ ਦਾ ਆਦੇਸ਼ ਦਿੰਦਾ ਹੈ। ਨਾਨਕ ਜੀ ਕਹਿੰਦੇ ਨੇ ਐਸਾ ਭਗਤ ਆ ਜੋ ਫਿਰ ਕਹਿੰਦੇ ਸਭ ਤੋਂ ਉੱਚੀ ਅਵਸਥਾ ਪਰਮ ਗਤੀ ਪਾ ਲੈਂਦਾ ਹੈ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਕਹਿੰਦੇ ਉਹ ਸਦਾ ਜਿਹੜਾ ਭਗਤ ਹੈਗਾ ਪਰਮਾਤਮਾ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਕਹਿੰਦੇ ਉਹ ਦੁਸ਼ਟਾਂ ਦਾ ਵਿਕਾਰਾਂ ਦਾ ਸੰਗ ਤਿਆਗ ਦਿੰਦਾ ਹੈ। ਮਨ ਤੇ ਬਿਨਸੈ ਸਗਲਾ ਪਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਕਹਿੰਦੇ ਆਪਣੇ ਮਨ ਤੋਂ ਉਹ ਸਾਰੇ ਭਰਮ ਖਤਮ ਕਰ ਦਿੰਦਾ ਹੈ। ਕਰ ਪੂਜੈ ਸਗਲ ਪਾਰ ਬ੍ਰਹਮ, ਹਰ ਇੱਕ ਜਗ੍ਹਾ 'ਤੇ ਪਰਮਾਤਮਾ ਨੂੰ ਵਿਆਪਕ ਸਮਝ ਕੇ ਸਿਰਫ ਪਰਮਾਤਮਾ ਦੀ ਹੀ ਪੂਜਾ ਭਗਤੀ ਕਰਦਾ ਹੈ। ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਊਤਮ ਹੋਵੈ। ਕਹਿੰਦੇ ਉਹ ਭਗਤ ਸਾਧੂ ਦੇ ਸੰਗ ਵਿੱਚ ਆਪਣੇ ਸਾਰੇ ਪਾਪਾਂ ਦੀ ਮੈਲ ਧੋ ਲੈਂਦਾ ਹੈ। ਕਹਿੰਦੇ ਉਹਦੀ ਮਤ ਸਭ ਤੋਂ ਉੱਤਮ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਕਹਿੰਦੇ ਉਹ ਹਮੇਸ਼ਾ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ। ਉਹ ਭਗਤੀ ਦੇ ਵਿੱਚ ਆਪਣਾ ਮਨ ਤੇ ਤਨ ਪਰਮਾਤਮਾ ਅੱਗੇ ਅਰਪਣ ਕਰ ਦਿੰਦਾ ਹੈ। ਹਰਿ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਨਾਨਕ ਜੀ ਕਹਿੰਦੇ ਨੇ ਐਸਾ ਫਿਰ ਉਹ ਭਗਤ ਹੈ ਜੋ ਪਰਮਾਤਮਾ ਨੂੰ ਪਾ ਲੈਂਦਾ ਹੈ। ਉਹ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ। ਸੋ ਪੰਡਿਤ ਜੋ ਮਨ ਪਰਬੁਧੈ, ਰਾਮ ਨਾਮ ਆਤਮ ਮਹਿ ਸੋਧੈ। ਕਹਿੰਦੇ ਪੰਡਿਤ ਉਹੀ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇ ਕੇ ਰੱਖਦਾ ਹੈ, ਆਪਣੇ ਅੰਤਰ ਆਤਮੇ ਪਰਮਾਤਮਾ ਦਾ ਨਾਮ ਟਿਕਾ ਲੈਂਦਾ ਹੈ ਤੇ ਆਪਣੇ ਅੰਦਰੋਂ ਪਰਮਾਤਮਾ ਦਾ ਨਾਮ ਲੈ ਕੇ ਹਿਰਦਾ ਸ਼ੁੱਧ ਕਰ ਲੈਂਦਾ ਹੈ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ ਜਗ ਜੀਵੈ। ਕਹਿੰਦੇ ਉਹ ਪਰਮਾਤਮਾ ਦਾ ਨਾਮ ਰੂਪੀ ਰਸ ਪੀਂਦਾ ਹੈ ਤੇ ਕਹਿੰਦੇ ਉਹਦੀ ਸਿੱਖਿਆ ਸੁਣ ਕੇ ਕਹਿੰਦੇ ਫਿਰ ਸਾਰਾ ਸੰਸਾਰ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਹਰਿ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਕਹਿੰਦੇ ਉਹ ਪੰਡਿਤ ਫਿਰ ਹੋਰ ਜੂਨੀਆਂ ਵਿੱਚ ਨਹੀਂ ਪੈਂਦਾ। ਉਹ ਕਹਿੰਦੇ ਪਰਮਾਤਮਾ ਦੀ ਜਿਹੜੀ ਕਥਾ ਹੈਗੀ ਆ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਵੇਦ ਪੁਰਾਨ ਸਿਮਰਤ ਬੂਝੈ ਮੂਲ, ਸੂਖਮ ਮਹਿ ਜਾਣੈ ਅਸਥੂਲ। ਕਹਿੰਦੇ ਉਹ ਫਿਰ ਵੇਦ ਪੁਰਾਣ ਸਿਮਰਤੀਆਂ ਦੇ ਰਾਹੀਂ ਪਰਮਾਤਮਾ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ। ਉਹਨੂੰ ਪਰਮਾਤਮਾ ਬਾਰੇ ਪਤਾ ਲੱਗ ਜਾਂਦਾ ਹੈ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਤੇ ਫਿਰ ਉਹ ਕਹਿੰਦੇ ਪਰਮਾਤਮਾ ਨੂੰ ਹੀ ਸਾਰੇ ਪਾਸੇ ਦੇਖਦਾ ਹੈ। ਸੂਖਮ ਮੈਂ ਜਾਣੈ ਅਸਥੂਲ। ਚਹੁਵਰ ਨਾ ਕੋ ਦੇ ਉਪਦੇਸ, ਨਾਨਕ ਉਸ ਪੰਡਿਤ ਕੋ ਸਦਾ ਆਦੇਸ। ਕਹਿੰਦੇ ਉਸ ਪੰਡਿਤ ਨੂੰ ਨਾਨਕ ਜੀ ਕਹਿੰਦੇ ਸਦਾ ਹੀ ਨਮਸਕਾਰ ਕਰੋ। ਕਹਿੰਦੇ ਉਹ ਚੌਹਾਂ ਵਰਨਾਂ ਨੂੰ ਉਪਦੇਸ਼ ਦਿੰਦਾ ਹੈ ਪਰਮਾਤਮਾ ਦੇ ਨਾਮ ਜਪਣ ਦਾ। ਬੀਜ ਮੰਤਰ ਸਰਬ ਕੋ ਗਿਆਨ, ਚਹੁਵਰ ਨਾ ਮੈਂ ਜਪੈ ਕੋ ਨਾਮ। ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਹੈ ਇਹੀ ਬੀਜ ਮੰਤਰ ਹੈ, ਇਹੀ ਅਸਲ ਮੁੱਢ ਹੈ ਪਰਮਾਤਮਾ ਦਾ ਨਾਮ ਜਪਣ ਦੇ ਲਈ ਤੇ ਇਹਦਾ ਗਿਆਨ ਉਹ ਸਾਰਿਆਂ ਨੂੰ ਦਿੰਦਾ ਹੈ। ਪਰ ਕਹਿੰਦੇ ਚਹੁਵਰ ਨਾ ਮੈਂ ਜਪੇ ਕੋ ਨਾਮ। ਕਹਿੰਦੇ ਪਰ ਕੋਈ ਵਿਰਲਾ ਹੀ ਹੈ ਜੋ ਪਰਮਾਤਮਾ ਦਾ ਨਾਮ ਜਪਦਾ ਹੈ ਚੌਹਾਂ ਵਰਨਾਂ ਵਿੱਚੋਂ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਕੋਈ ਵਿਰਲਾ ਜਨ ਹੀ ਪਰਮਾਤਮਾ ਦਾ ਨਾਮ ਦਾਨ ਪ੍ਰਾਪਤ ਕਰਦਾ ਹੈ।
ਪਰ ਕਹਿੰਦੇ ਜੋ ਜਪਦਾ ਹੈ ਕਹਿੰਦੇ ਉਹਦੀ ਸਭ ਤੋਂ ਉੱਚੀ ਅਵਸਥਾ ਬਣ ਜਾਂਦੀ ਹੈ। ਆਤਮਿਕ ਅਵਸਥਾ। ਕਰ ਕਿਰਪਾ ਅੰਤਰ ਉਰ ਤਾਰੈ, ਪਸੂ ਪ੍ਰੇਤ ਮੁਗਧ ਪਾਥਰ ਕੋ ਤਾਰੈ। ਕਹਿੰਦੇ ਕਿਰਪਾ ਕਰਕੇ ਕਹਿੰਦੇ ਜਿਹਦੇ ਕਿਰਪਾ ਦੇ ਨਾਲ ਅੰਦਰ ਕਹਿੰਦੇ ਪਰਮਾਤਮਾ ਦਾ ਨਾਮ ਵਸ ਜਾਵੇ, ਕਹਿੰਦੇ ਚਾਹੇ ਕੋਈ ਪਸ਼ੂ ਆ, ਚਾਹੇ ਕੋਈ ਪ੍ਰੇਤ ਆ, ਪੱਥਰ ਆ, ਸਭ ਕੋਈ ਤਰ ਜਾਂਦਾ। ਕਹਿੰਦੇ ਉਹਦਾ ਨਾਮ ਜਪਿਆ, ਬਸ ਨਾਮ ਉਹਦਾ ਅੰਦਰ ਟਿਕ ਜਾਵੇ ਤਾਂ ਜੀਵ ਤਰ ਜਾਂਦਾ ਇਸ ਭਵਜਲ ਤੋਂ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਜਿਹੜੇ ਕਹਿੰਦੇ ਪਰਮਾਤਮਾ ਦਾ ਨਾਮ ਆ ਉਹ ਸਾਰੇ ਰੋਗਾਂ ਦੀ ਦਵਾਈ ਆ। ਕਹਿੰਦੇ ਨਾਮ ਜਪਣੇ ਦੇ ਨਾਲ ਜੀਵ ਨੂੰ ਸੁੱਖ ਮਿਲਦਾ ਅਤੇ ਜੀਵ ਖੁਸ਼ੀ ਵਿੱਚ ਰਹਿੰਦਾ ਜੇ ਪਰਮਾਤਮਾ ਦੇ ਗੁਣ ਗਾਉਂਦਾ। ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਨਾਨਕ ਜੀ ਕਹਿੰਦੇ ਨੇ ਜਿਹੜਾ ਇਹ ਧਰਮ ਆ ਪਰਮਾਤਮਾ ਦਾ ਨਾਮ ਜਪਣ ਦਾ, ਕਹਿੰਦੇ ਕਿਸੇ ਵੀ ਜੁਗਤੀ ਨਾਲ ਨਹੀਂ ਪਾਇਆ ਜਾਂਦਾ। ਉਸ ਜੀਵ ਨੂੰ ਮਿਲਦਾ ਜਿਹਦੇ ਮੱਥੇ 'ਤੇ ਇਹ ਧੁਰ ਤੋਂ ਲੇਖ ਲਿਖੇ ਨੇ, ਕਰਮ ਉਹਦੇ ਇਸ ਤਰ੍ਹਾਂ ਦੇ ਲਿਖੇ ਨੇ ਕਿ ਇਸ ਜੀਵ ਨੂੰ ਨਾਮ ਦੀ ਪ੍ਰਾਪਤੀ ਹੋਣੀ ਆ, ਉਸ ਨੂੰ ਹੀ ਮਿਲਦਾ ਹੈ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਜਿਸ ਜੀਵ ਦੇ ਕਹਿੰਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਸ ਜੀਵ ਦਾ ਨਾਮ ਪਰਮਾਤਮਾ ਦਾ ਸੇਵਕ ਪੈ ਜਾਂਦਾ ਹੈ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਪਾਏ ਤਿਨ ਪਾਇਆ। ਕਹਿੰਦੇ ਉਹ ਜੀਵ ਪਰਮਾਤਮਾ ਨੂੰ ਆਪਣੇ ਅੰਦਰ ਵਸਦਾ ਦੇਖ ਲੈਂਦਾ ਹੈ, ਅਨੁਭਵ ਕਰ ਲੈਂਦਾ ਹੈ ਅੰਤਰ ਆਤਮੇ। ਕਹਿੰਦੇ ਕਿਸ ਤਰ੍ਹਾਂ? ਕਿਉਂਕਿ ਉਸ ਜੀਵ ਦੇ ਵਿੱਚ ਪਰਮਾਤਮਾ ਦੇ ਦਾਸਾਂ ਦੇ ਦਾਸ ਹੋਣ ਦੀ ਬਿਰਤੀ ਆ ਜਾਂਦੀ ਹੈ। ਇਸ ਸੁਭਾਵ ਦੇ ਕਰਕੇ ਉਹ ਪਰਮਾਤਮਾ ਦੀ ਰਹਿਮਤ ਪਾਉਂਦਾ ਹੈ, ਅੰਤਰ ਆਤਮੇ ਉਹਦਾ ਦੀਦਾਰ ਕਰਦਾ ਹੈ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪਰਵਾਨ। ਕਹਿੰਦੇ ਉਹ ਸਦਾ ਹੀ ਪਰਮਾਤਮਾ ਨੂੰ ਆਪ ਦੇ ਨੇੜੇ ਕਹਿੰਦੇ ਮਹਿਸੂਸ ਕਰਦਾ ਹੈ, ਅਨੁਭਵ ਕਰਦਾ ਹੈ ਅਤੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦਾ ਹੈ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ। ਕਹਿੰਦੇ ਜਿਸ ਜੀਵ 'ਤੇ ਪਰਮਾਤਮਾ ਆਪ ਕਿਰਪਾ ਕਰਦਾ, ਉਸ ਜੀਵ ਨੂੰ ਸਾਰੀ ਇਹ ਅਸਲੀਅਤ ਸਮਝ ਲੱਗ ਜਾਂਦੀ ਹੈ ਆਪਦੇ ਮੂਲ ਬਾਰੇ, ਪਰਮਾਤਮਾ ਬਾਰੇ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਜੀਵ ਕਹਿੰਦੇ ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਅੰਦਰੋਂ ਅੰਤਰ ਆਤਮੇ ਨਿਰਲੇਪ ਰਹਿੰਦਾ ਹੈ, ਉਦਾਸ ਰਹਿੰਦਾ ਹੈ ਸੰਸਾਰਿਕ ਪਦਾਰਥਾਂ ਤੋਂ। ਫਿਰ ਨਾਨਕ ਜੀ ਕਹਿੰਦੇ ਨੇ ਐਸੀ ਜੀਵਨ ਜੁਗਤ ਜਿਹਦੀ ਹੁੰਦੀ ਆ ਉਹ ਪਰਮਾਤਮਾ ਦਾ ਦਾਸ ਕਹਾਉਂਦਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਕਹਿੰਦੇ ਜਿਹੜਾ ਜੀਵ ਪਰਮਾਤਮਾ ਦੀ ਆਗਿਆ ਨੂੰ ਆਪਣੇ ਅੰਦਰ ਖੁਸ਼ੀ ਨਾਲ ਮੰਨਦਾ ਹੈ, ਉਹ ਕਹਿੰਦੇ ਜੀਵਨ ਮੁਕਤ ਕਹਾਉਂਦਾ ਹੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਉਹਦੇ ਲਈ ਕਹਿੰਦੇ ਖੁਸ਼ੀ ਗਮੀ ਇੱਕ ਸਮਾਨ ਆ, ਉਹ ਸਦਾ ਆਨੰਦ ਵਿੱਚ ਰਹਿੰਦਾ ਕਿਉਂਕਿ ਉਹਨੂੰ ਪਰਮਾਤਮਾ ਵੱਲੋਂ ਕਦੇ ਵਿਛੋੜਾ ਨਹੀਂ ਹੁੰਦਾ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਸ ਜੀਵ ਲਈ ਜਿਵੇਂ ਦਾ ਸੋਨਾ ਉਵੇਂ ਦੀ ਮਿੱਟੀ, ਜਿਵੇਂ ਦੀ ਮਿੱਟੀ ਉਵੇਂ ਦਾ ਸੋਨਾ, ਜਿਵੇਂ ਦੀ ਜ਼ਹਿਰ ਉਵੇਂ ਦਾ ਅੰਮ੍ਰਿਤ। ਉਹਦੇ ਲਈ ਸਭ ਕੁਛ ਬਰਾਬਰ ਆ ਕਿਉਂਕਿ ਹਰ ਇੱਕ ਚੀਜ਼ 'ਚ ਪਰਮਾਤਮਾ ਹੀ ਨਜ਼ਰ ਆਉਂਦਾ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਉਹਦੇ ਲਈ ਕੋਈ ਉਹਦਾ ਆਦਰ ਕਰਦਾ, ਨਿਰਾਦਰ ਕਰਦਾ, ਇੱਕ ਬਰਾਬਰ ਆ।
ਕੋਈ ਸ਼ਹਿਨਸ਼ਾਹ ਕੋਈ ਗਰੀਬ ਆ, ਇੱਕ ਬਰਾਬਰ ਆ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਕਹਿੰਦੇ ਜੋ ਵੀ ਪਰਮਾਤਮਾ ਕਰ ਰਿਹਾ ਉਹ ਉਹਨੂੰ ਭਲਾ ਮੰਨ ਕੇ ਆਪਣੀ ਜੀਵਨ ਦੀ ਮਰਿਆਦਾ ਸਮਝਦਾ। ਨਾਨਕ ਜੀ ਕਹਿੰਦੇ ਨੇ ਉਹ ਪੁਰਖ ਫਿਰ ਜੀਂਦਿਆਂ ਜੀ ਮੁਕਤੀ ਪਾ ਲੈਂਦਾ ਹੈ। ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਕਰ ਰਾਖਿਆ ਤੈਸਾ ਤਿਨ ਨਾਉ। ਕਹਿੰਦੇ ਜਿਹੜੇ ਸਾਰੇ ਸਰੀਰ ਨੇ ਪਰਮਾਤਮਾ ਦੇ ਬਣਾਏ ਹੋਏ ਨੇ, ਜਿਸ ਜਿਸ ਜਗ੍ਹਾ 'ਤੇ ਪਰਮਾਤਮਾ ਨੇ ਕਿਸੇ ਜੀਵ ਨੂੰ ਬਣਾਇਆ ਰੱਖਿਆ ਉਸ ਤਰ੍ਹਾਂ ਦਾ ਉਹਦਾ ਨਾਂ ਪੈ ਜਾਂਦਾ। ਆਪੇ ਕਰਨ ਕਰਾਵਨ ਜੋਗ, ਪ੍ਰਭ ਪਾਵੈ ਸੋਈ ਫੁਨ ਹੋਗ। ਕਹਿੰਦੇ ਜੋ ਵੀ ਕੁਛ ਪਰਮਾਤਮਾ ਕਰ ਰਿਹਾ ਉਹੀ ਸ੍ਰਿਸ਼ਟੀ ਵਿੱਚ ਹੋ ਰਿਹਾ ਹੈ। ਜੋ ਕੁਛ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਦੁਬਾਰਾ ਕਰਦਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ। ਕਹਿੰਦੇ ਪਾਰ ਬ੍ਰਹਮ ਦੀ ਲੀਲਾ ਕਹਿੰਦੇ ਸਮਝ 'ਚ ਨਹੀਂ ਆਉਂਦੀ ਹੈਗੀ, ਉਹਦਾ ਖੇਡ ਸਮਝ 'ਚ ਨਹੀਂ ਆਉਂਦਾ। ਕਿਸ ਤਰ੍ਹਾਂ ਕਹਿੰਦੇ ਅਲੱਗ ਅਲੱਗ ਤਰੰਗਾਂ ਰੂਪ ਹੋ ਕੇ ਸਾਰਿਆਂ ਦੇ ਵਿੱਚ ਪਸਰਿਆ ਹੋਇਆ ਹੈ ਜੀਵਾਂ ਦੇ ਵਿੱਚ, ਕਿਵੇਂ ਜੋਤ ਸਾਰਿਆਂ 'ਚ ਪਸਾਰੀ ਹੈ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ਼। ਕਹਿੰਦੇ ਜਿਵੇਂ ਜਿਵੇਂ ਦੀ ਕਿਸੇ ਜੀਵ ਨੂੰ ਮਤ ਦਿੰਦਾ ਹੈ, ਬੁੱਧੀ ਦਿੰਦਾ ਹੈ, ਉਸ ਤਰ੍ਹਾਂ ਹੀ ਉਸ ਜੀਵ ਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਪਰ ਜਿਹੜਾ ਪਾਰ ਬ੍ਰਹਮ ਕਰਤਾ ਹੈ ਕਹਿੰਦੇ ਉਹ ਸਦਾ ਰਹਿਣ ਵਾਲਾ ਹੈ, ਅਟਲ ਹੈ ਆਪ। ਸਦਾ 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 ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਸਦਾ 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 ਦਿਆਲ ਹੈ। ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹ ਸਾਡੇ 'ਤੇ ਹਮੇਸ਼ਾ ਹੀ ਦਿਆਲ ਹੈ। ਫਿਰ ਕਹਿੰਦੇ ਜਿਹੜੇ ਜੀਵ ਉਹਨੂੰ ਸਿਮਰਦੇ ਨੇ, ਉਹਨੂੰ ਚਿੱਤ ਵਿੱਚ ਵਸਾਉਂਦੇ ਨੇ, ਕਹਿੰਦੇ ਉਹ ਸਦਾ ਹੀ ਖਿੜੇ ਰਹਿੰਦੇ ਨੇ। ਉਹਨਾਂ ਨੂੰ ਫਿਰ ਕੋਈ ਖੁਸ਼ੀ ਗਮੀ ਦੀ ਕੋਈ ਉਹਨਾਂ ਨੂੰ ਫਰਕ ਨਹੀਂ ਰਹਿੰਦਾ, ਸਦਾ ਹੀ ਖਿੜੇ ਰਹਿੰਦੇ ਨੇ ਉਹ। ਹਾਂਜੀ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਗੁਰਬਾਣੀ ਦੇ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਸਾਂਝ ਪਾਉਂਦਿਆਂ, ਵਿਚਾਰ ਕਰਦਿਆਂ, ਗੁਰਬਾਣੀ ਪੜ੍ਹਦਿਆਂ ਹੋਈਆਂ ਅਨੇਕਾਂ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ। ਅੱਗੇ ਤੋਂ ਸੁਮੱਤ ਦੇ ਦਿਓ ਪਾਰ ਬ੍ਰਹਮ ਜੀ। ਸਿਰ 'ਤੇ ਮੇਰਾ ਭਰਿਆ ਹੱਥ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।